कॉन्स्टिट्यूशनल असैंबली ऑफ द कॉन्स्टिट्यूशंस कि साडा जिहड़ा भारती संविधान अते संविधान दा निर्माण साडा जिहड़ा कॉन्स्टिट्यूशन हैगा वा इह रेडी किहड़े तरीके दे नाल होया वा। सब तो पहला असीं कहांगे कि हिस्टोरिकल बैकग्राउंड ऑफ द कॉन्स्टिट्यूशनल असैंबली। कहंदे कि साडी जिहड़ी बैकग्राउंड है ना, बच्चे अपना माइक ऑफ कर लो। हाँ जी, तो सब तो पहला हैगा कि 1970 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਜਿਹੜੀ ਹੈਗੀ ਆ, ਕਹਿੰਦੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਭਾਰਤ ਦੇ ਲਈ ਇੱਕ ਰਿਸਪੌਂਸਿਬਲ ਗਵਰਨਮੈਂਟ ਜਿਹੜੀ ਹੈਗੀ ਆ ਉਹ ਕ੍ਰੀਏਟ ਕਰਾਂਗੇ। यानी कि ब्रिटिश गवर्नमेंट ਜਿਹੜੀ ਸੀ ਉਸਨੇ ਕਿਹਾ ਕਿ ਅਸੀਂ ਭਾਰਤ ਦੇ ਲਈ ਇੱਕ ਰਿਸਪੌਂਸਿਬਲ ਗਵਰਨਮੈਂਟ ਜਿਹੜੀ ਹੈਗੀ ਆ ਉਹ ਬਣਾਵਾਂਗੇ। ਲੇਕਿਨ 99 ਤੱਕ ਸਾਡੀ ਕੋਈ ਇਦਾਂ ਦੀ ਗਵਰਨਮੈਂਟ ਨਹੀਂ ਬਣੀ ਜਿਹੜੇ ਕਿ ਸਾਡੇ ਲਈ ਅੱਛੀ ਹੋਵੇ, ਜਿਹੜੇ ਕਿ ਸਾਡੇ ਲਈ ਇੱਕ ਰਿਸਪੌਂਸਿਬਲ ਗਵਰਨਮੈਂਟ ਹੋਵੇ। ਇਦਾਂ ਦੀ ਕੋਈ ਗਵਰਨਮੈਂਟ ਜਿਹੜੀ ਹੈਗੀ ਆ ਕ੍ਰੀਏਟ ਨਹੀਂ ਕੀਤੀ ਗਈ। ਠੀਕ ਹੈ, ਜਿਹਦੇ ਕਰਕੇ ਕਹਿੰਦੇ ਬਾਰ-ਬਾਰ ਜਿਹੜਾ ਹੈਗਾ ਵਾ ਇਹਦੇ ਲਈ ਬਹੁਤ ਸਾਰੇ ਐਕਟ ਪਾਸ ਕੀਤੇ ਗਏ, ਲੇਕਿਨ ਕਹਿੰਦੇ ਕਿ ਕੋਈ ਵੀ ਇਦਾਂ ਦਾ ਐਕਟ ਪਾਸ ਨਹੀਂ ਹੋਇਆ ਜਿਹਦੇ ਕਰਕੇ ਸਾਨੂੰ ਕੋਈ ਇਦਾਂ ਦਾ ਕਨਸਟੀਟਿਊਸ਼ਨ ਮਿਲ ਪਾਵੇ ਜਿਹੜਾ ਕਿ ਇੰਡੀਆ ਦੇ ਥਰੂ ਬਣਾਇਆ ਗਿਆ ਹੋਵੇ। ਜਿੱਦਾਂ ਕਿ ਕਹਿੰਦੇ ਕਿ ਫਰਸਟ ਵਰਲਡ ਵਾਰ ਹੋਈ, ਫਰਸਟ ਵਰਲਡ ਵਾਰ ਦੇ ਵਿੱਚ ਅੰਗਰੇਜ਼ਾਂ ਨੇ ਕਿਹਾ, ਬ੍ਰਿਟਿਸ਼ ਨੇ ਕਿਹਾ ਕਿ ਤੁਸੀਂ ਸਾਨੂੰ ਹੈਲਪ ਦਿਓ, ਦੈਨ ਅਸੀਂ ਤੁਹਾਨੂੰ ਫ੍ਰੀडम ਦੇ ਦਾਂਗੇ। ਅਸੀਂ ਫਰਸਟ ਵਰਲਡ ਵਾਰ ਦੇ ਵਿੱਚ ਪੂਰੀ ਹੈਲਪ ਕਰ ਦਿੱਤੀ, ਤਨ ਮਨ ਦੇ ਨਾਲ ਪੂਰੀ ਹੈਲਪ ਕੀਤੀ ਬ੍ਰਿਟਿਸ਼ ਦੀ ਕਿ ਫਰਸਟ ਵਰਲਡ ਵਾਰ ਉਹ ਜਿੱਤ ਜਾਣ, ਦੈਨ ਸਾਨੂੰ ਫ੍ਰੀडम ਮਿਲ ਜਾਏਗੀ। ਲੇਕਿਨ ਇਦਾਂ ਦਾ ਕੁਝ ਨਹੀਂ ਹੋਇਆ। ਠੀਕ ਹੈ, ਜਿਹੜਾ ਤੁਸੀਂ ਫਰਸਟ ਪੋਰਸ਼ਨ ਹੈ ਨਾ, ਤੁਸੀਂ ਉਹਦੇ ਵਿੱਚ ਲਿਖਣਾ ਹੈ ਹਿਸਟੋਰੀਕਲ ਬੈਕਗਰਾਉਂਡ, ਮਤਲਬ ਕਿ ਸਾਡਾ ਪਿਛੋਕੜ ਕਿੱਦਾਂ ਦਾ ਰਿਹਾ। ਮਤਲਬ ਅਸੀਂ ਬਾਰ-ਬਾਰ ਪਹਿਲਾਂ 1917 ਦੇ ਵਿੱਚ ਮੰਗ ਕੀਤੀ ਕਿ ਸਾਨੂੰ ਕਨਸਟੀਟਿਊਸ਼ਨ ਚਾਹੀਦਾ ਵਾ, ਫਿਰ 1919 ਦੇ ਵਿੱਚ ਮੰਗ ਕੀਤੀ ਸਾਨੂੰ ਕਨਸਟੀਟਿਊਸ਼ਨ ਚਾਹੀਦਾ ਵਾ, ਫਿਰ ਬ੍ਰਿਟਿਸ਼ ਨੇ ਕਿਹਾ ਕਹਿੰਦੇ ਕਿ ਤੁਸੀਂ ਸਾਡੀ ਫਰਸਟ ਵਰਲਡ ਵਾਰ ਦੇ ਵਿੱਚ ਹੈਲਪ ਕਰ ਦਿਓ। 1914 ਦੇ ਵਿੱਚ ਫਰਸਟ ਵਰਲਡ ਵਾਰ ਹੋਈ ਸੀ, ਤਾਂ ਉਹਨਾਂ ਨੇ ਬੋਲਿਆ ਕਿ ਤੁਸੀਂ ਸਾਡੀ ਹੈਲਪ ਕਰ ਦਿਓ ਫਰਸਟ ਵਰਲਡ ਵਾਰ ਦੇ ਵਿੱਚ, ਦੈਨ ਅਸੀਂ ਤੁਹਾਨੂੰ ਫ੍ਰੀडम ਦੇ ਦਾਂਗੇ। ਅਸੀਂ ਹੈਲਪ ਵੀ ਕਰਤੀ, ਲੇਕਿਨ ਉਹਨਾਂ ਨੇ ਸਾਨੂੰ ਕੋਈ ਫ੍ਰੀडम ਨਹੀਂ ਦਿੱਤੀ। ਸੈਕਿੰਡ ਕੀ ਹੋਇਆ, ਕਹਿੰਦੇ ਡਿਮਾਂਡ ਆਫ ਦ ਕਨਸਟੀਟਿਊਸ਼ਨਲ ਅਸੈਂਬਲੀ। ਕਹਿੰਦੇ ਫਿਰ ਸੰਵਿਧਾਨ ਸਭਾ ਦੀ ਮੰਗ ਕੀਤੀ ਗਈ ਕਿ ਕਮ ਸੇ ਕਮ ਇੱਕ ਸਭਾ ਤਾਂ ਬੁਲਾ ਸਕਦੇ ਆ ਨਾ, ਜਿਹਦੇ ਵਿੱਚ ਅਸੀਂ ਡਿਸਾਈਡ ਕਰ ਸਕੀਏ ਕਿ ਅਸੀਂ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਕੀ ਕੁਝ ਰੱਖਣਾ ਹੈਗਾ ਵਾ। ਸੋ ਕਹਿੰਦੇ ਹੌਲੀ ਹੌਲੀ ਜਿਹੜਾ ਹੈਗਾ ਵਾ 1922 ਦੇ ਵਿੱਚ ਇਹ ਮੰਗ ਕੀਤੀ ਕਿ ਸਾਨੂੰ ਕਨਸਟੀਟਿਊਸ਼ਨਲ ਅਸੈਂਬਲੀ ਚਾਹੀਦੀ ਆ। ਠੀਕ ਹੈ, ਮਤਲਬ ਜਿਹਦੇ ਵਿੱਚ ਅਸੀਂ ਫ੍ਰੀडम ਲੈਣੀ ਹੈ। ਕਹਿੰਦੇ ਹੌਲੀ ਹੌਲੀ ਇਹ ਸਾਡੀ ਜਿਹੜੀ ਕਨਸਟੀਟਿਊਸ਼ਨਲ ਅਸੈਂਬਲੀ ਅਸੀਂ ਲੈਣੀ ਹੈ, ਇਹਦੀ ਮੰਗ ਜਿਹੜੀ ਹੈਗੀ ਆ ਨਾ ਸਾਰੇ ਪਾਸੇ ਫੈਲ ਗਈ। ਹਰ ਕੋਈ ਭਾਰਤੀ ਚਾਹੁੰਦਾ ਸੀ ਨਹੀਂ ਅਸੈਂਬਲੀ ਬਣਨੀ ਚਾਹੀਦੀ, ਕਿਉਂਕਿ ਜੇ ਅਸੈਂਬਲੀ ਬਣੂਗੀ ਤਾਂ ਹੀ ਤਾਂ ਅਸੈਂਬਲੀ ਦੇ ਵਿੱਚ ਕੋਈ ਡਿਸੀਜਨ ਲਿਆ ਜਾਏਗਾ, ਅਦਰਵਾਈਜ਼ ਤਾਂ ਕੋਈ ਡਿਸੀਜਨ ਹੀ ਨਹੀਂ ਲਿਆ ਜਾਣਾ। ਠੀਕ ਹੈ, ਸੋ ਕਹਿੰਦੇ ਇਸ ਤਰ੍ਹਾਂ ਅਸੀਂ ਦੇਖਦੇ ਆ ਕਿ 1928 ਦੇ ਵਿੱਚ ਨਾ ਸਾਈਮਨ ਕਮਿਸ਼ਨ ਭਾਰਤ ਆਇਆ। ਕਹਿੰਦੇ ਸਾਈਮਨ ਕਮਿਸ਼ਨ ਯਾਨੀ ਕਿ ਸਾਈਮਨ ਕਮਿਸ਼ਨ ਇੱਕ ਕਮੇਟੀ ਸੀ ਜਿਸ ਚ ਸਾਰੇ ਦੇ ਸਾਰੇ ਅੰਗਰੇਜ਼ ਸੀ। ਭਾਰਤੀਆਂ ਨੇ ਪਹਿਲਾਂ ਹੀ ਕਹਿ ਦਿੱਤਾ ਸਾਈਮਨ ਗੋ ਬੈਕ, ਕਿ ਸਾਈਮਨ ਪਿੱਛੇ ਜਾਓ, ਕਿਉਂਕਿ ਜਦ ਬਣਾਣਾ ਭਾਰਤ ਦਾ ਸੰਵਿਧਾਨ ਹੈ, ਆ ਸਾਰੇ ਇੰਗਲਿਸ਼ ਮੈਨ ਰਹੇ ਆ, ਤਾਂ ਉਹਦਾ ਕੀ ਫਾਇਦਾ। तो अंग्रेजां ने जो अपना एक ग्रुप बना के साइमन कमीशन दा भारत भेजिया सी, ते भारत दे लोकां ने पहले ही बोलता साइमन गो बैक, मतलब तुसी नहीं इत्थे आना, तुसी वापस चले जाओ। कहंदे इसे तरह पंडित मोतीलाल नेहरू ने कहंदे अपनी एक मीटिंग बुलाई जिहदे विच उन्हां ने स्वराज दी मंग कीती ते एक नेहरू रिपोर्ट जिहड़ी हैगी है 1928 दे विच उन्हां ने बना ली सी कि साडा जेड़ा कॉन्स्टिट्यूशन आ किदां दा होएगा। फिर हैगा लाहौर, हां जी 28, हां जी चलो अच्छी गल है कि तुसी नालों नाल लिख रहे हो। नेक्स्ट है जी लाहौर सैशन ऑफ द कांग्रेस। कहंदे कांग्रेस दा एक सैशन बुलाया गया लाहौर दे विच, ठीक है। कहंदे ए घोषित किया कि हर साल 26 जनवरी नूं स्वतंत्रता दिवस के तौर ते मनाया जाएगा। कांग्रेस ने मांग की कि हुण सानू की दिता जावे कंप्लीट फ्रीडम, ठीक है। तो 1928 दे विच कांग्रेस ने जोरदार आवाज लगा के किया कि हुण सानू कंप्लीट फ्रीडम दिती जावे। तो उन्होंने ये भी कहता कि असीं 26 जनवरी नूं स्वतंत्रता दे दिवस के तौर ते इंडिपेंडेंट के तौर ते असीं मनावांगे, ठीक है, स्वतंत्रता दिवस के तौर पे मनावांगे। कहंदे लेकिन ब्रिटिश ने की कीता, ब्रिटिश ने अपनियां 3 गोलमेज कॉन्फ्रेंस करवाइयां। इन्हां 3 कॉन्फ्रेंस दे विच ना उन्होंने भारतीयां नूं सद्दिया सी।
ਕੋਈ ਭਾਰਤੀ ਨਹੀਂ ਸੀ ਗਿਆ। ਇਹਨਾਂ ਨੇ ਸੱਦਿਆ ਸੀ ਸਾਡੇ ਗਾਂਧੀ ਜੀ ਨੂੰ, ਲੇਕਿਨ ਗਾਂਧੀ ਜੀ ਵੀ ਉੱਥੇ ਪਹੁੰਚ ਨਹੀਂ ਸੀ ਪਾਏ। ਗਾਂਧੀ ਜੀ ਜਾਣਾ ਹੀ ਨਹੀਂ ਸੀ ਚਾਹੁੰਦੇ ਉਸ ਗੋਲਮੇਜ ਕਾਨਫਰੰਸ ਦੇ ਵਿੱਚ, ਠੀਕ ਹੈ। ਸੋ ਕਹਿੰਦੇ ਕਿ 1933 ਦੇ ਵਿੱਚ ਨਾ ਬ੍ਰਿਟਿਸ਼ ਸਰਕਾਰ ਨੇ ਇੱਕ ਨਾ ਵਾਈਟ ਪੇਪਰ ਜਿਹੜਾ ਸੀਗਾ ਐਸਟੈਬਲਿਸ਼ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜੋ ਚੀਜ਼ਾਂ ਭਾਰਤ ਦੇ ਲੋਕ ਚਾਹੁੰਦੇ ਨੇ ਉਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਇਸ ਵਾਈਟ ਪੇਪਰ ਦੇ ਵਿੱਚ ਤੁਸੀਂ ਰਾਈਟ ਡਾਊਨ ਕਰ ਦਿਓ। ਲੇਕਿਨ ਭਾਰਤੀਆਂ ਨੇ ਜਿਹੜਾ ਵਾਈਟ ਪੇਪਰ ਹੈਗਾ ਨਾ ਇਹਨੂੰ ਵੀ ਲੈਣ ਤੋਂ ਇਨਕਾਰ ਕਰਤਾ ਸੀ, ਠੀਕ ਹੈ। ਸੋ ਇਸ ਤਰ੍ਹਾਂ ਹੈਗਾ, ਕਹਿੰਦੇ ਐਕਸੈਪਟੈਂਸ ਆਫ ਦਾ ਡਿਮਾਂਡ ਆਫ ਕਨਸਟੀਟਿਊਸ਼ਨਲ ਅਸੈਂਬਲੀ। ਯਾਦ ਰੱਖਣਾ, ਪਹਿਲਾਂ ਅਸੀਂ ਮੰਗ ਰਹੇ ਹਾਂ ਕਿ ਸਾਨੂੰ ਅਸੈਂਬਲੀ ਚਾਹੀਦੀ ਹੈ, ਫਿਰ ਉਹਨਾਂ ਨੇ ਅਸੈਂਬਲੀ ਤਾਂ ਨਹੀਂ ਦਿੱਤੀ, ਸਾਨੂੰ ਇੱਕ ਵਾਈਟ ਪੇਪਰ ਦੇਤਾ ਜਿੱਥੇ ਉਹਨਾਂ ਨੇ ਇਹ ਚੀਜ਼ ਬੋਲੀ, ਉਹਨਾਂ ਨੇ ਕਿਹਾ ਜਿਸ ਵਿੱਚ ਭਾਰਤ ਲਈ ਬਣਾਏ ਜਾ ਰਹੇ ਸੰਵਿਧਾਨਕ ਸੰਬੰਧੀ ਯੋਜਨਾਵਾਂ ਸਾਰੀਆਂ ਸ਼ਾਮਿਲ ਸੀ, ਉਹਨੂੰ ਕਿਹਾ ਜਾਂਦਾ ਸੀ ਸਫੇਦ ਪੇਪਰ। ਲੇਕਿਨ ਇਹ ਸਫੇਦ ਪੇਪਰ ਨੂੰ ਵੀ ਇਹਨਾਂ ਨੇ ਰਿਜੈਕਟ ਕਰਤਾ ਕਿ ਨਹੀਂ, ਏਦਾਂ ਦਾ ਕੋਈ ਪੇਪਰ ਅਸੀਂ ਨਹੀਂ ਐਕਸੈਪਟ ਕਰਨਾ। ਕਿਹਨਾਂ ਨੇ? ਭਾਰਤੀਆਂ ਨੇ। ਹਾਂਜੀ, ਉਸ ਤੋਂ ਬਾਅਦ ਇਹ ਕਹਿੰਦੇ ਐਕਸੈਪਟੈਂਸ ਆਫ ਦਾ ਡਿਮਾਂਡ ਆਫ ਕਨਸਟੀਟਿਊਟ ਅਸੈਂਬਲੀ। ਕਹਿੰਦੇ ਸੰਵਿਧਾਨ ਸਭਾ ਦੀ ਮੰਗ ਦੀ ਪ੍ਰਵਾਨਗੀ 1940। ਕਹਿੰਦੇ ਕਿ 1939 ਦੇ ਵਿੱਚ ਨਾ ਸੈਕੰਡ ਵਰਲਡ ਵਾਰ ਸਟਾਰਟ ਹੋਈ। ਮੈਂ ਤੁਹਾਨੂੰ ਹੁਣੇ ਕਰਵਾਇਆ ਨਾ, ਫਰਸਟ ਵਰਲਡ ਵਾਰ ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਸਾਡੀ ਹੈਲਪ ਕਰ ਦਿਓ। ਸੈਕੰਡ ਵਰਲਡ ਵਾਰ ਹੋਈ ਸੀ 1939। ਜਦੋਂ 1939 ਦੇ ਵਿੱਚ ਸੈਕੰਡ ਵਰਲਡ ਵਾਰ ਹੋਈ ਤੇ ਕਹਿੰਦੇ ਕਿ ਅੰਗਰੇਜ਼ਾਂ ਨੂੰ ਬਹੁਤ ਜ਼ਰੂਰਤ ਸੀ ਕਿ ਭਾਰਤੀ ਉਹਨਾਂ ਦੀ ਹੈਲਪ ਕਰ ਦੇਣ, ਠੀਕ ਹੈ। ਉਦੋਂ ਨਾ ਅੰਗਰੇਜ਼ਾਂ ਦੇ ਇੱਕ ਲੀਡਰ ਸੀਗੇ, ਨੇਮ ਸੀਗਾ ਲਾਰਡ ਲਿਨ ਲਿਥਗੋ, ਠੀਕ ਹੈ, ਲਾਰਡ ਲਿਨ ਲਿਥਗੋ। ਉਹਨਾਂ ਨੇ ਇਹ ਘੋਸ਼ਣਾ ਕੀਤੀ ਕਿ ਭਾਰਤ ਦੇ ਵਿੱਚ ਨਾ ਅਸੀਂ ਪੂਰੀ ਤਰ੍ਹਾਂ ਯਾਨੀ ਕਿ ਇੱਕ ਸੈਲਫ ਗਵਰਨਮੈਂਟ ਬਣਾ ਦੇਵਾਂਗੇ, ਲੇਕਿਨ ਸੈਕੰਡ ਵਰਲਡ ਵਾਰ ਦੇ ਵਿੱਚ ਭਾਰਤੀ ਸਾਡੀ ਅਗੇਨ ਹੈਲਪ ਕਰ ਦੇਣ, ਠੀਕ ਹੈ। ਸੋ ਕਹਿੰਦੇ ਕਿ ਵੱਖ-ਵੱਖ ਲੋਕ ਜਿਹੜੇ ਸਮਾਜ ਦੇ ਵਿੱਚ ਰਹਿੰਦੇ ਆ, ਵੱਖਰੀ ਕੈਟਾਗਰੀ ਦੇ ਲੋਕ ਜਿਹੜੇ ਸਮਾਜ ਦੇ ਵਿੱਚ ਰਹਿੰਦੇ ਆ, ਜਿੱਦਾਂ ਕਹ ਲਓ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਕਹਿੰਦੇ ਅਸੀਂ ਸਭ ਨੂੰ ਕੋਈ ਨਾ ਕੋਈ ਆਫਰ ਦਵਾਂਗੇ, ਠੀਕ ਹੈ। ਕਹਿੰਦੇ ਇਸ ਤਰ੍ਹਾਂ ਪਹਿਲੀ ਵਾਰੀ ਬ੍ਰਿਟਿਸ਼ ਸਰਕਾਰ ਨੇ ਸਾਡੀਆਂ ਸਾਰੀਆਂ ਮੰਗਾਂ ਐਕਸੈਪਟ ਕਰ ਲਈਆਂ ਸੀ, ਪਰ ਕਹਿੰਦੇ ਨਾ ਤਾਂ ਕਾਂਗਰਸ ਨਾ ਮੁਸਲਿਮ ਦੋਨਾਂ ਨੇ ਕਹਿਤਾ ਸੀ ਅਸੀਂ ਤੁਹਾਡੀਆਂ ਮੰਗਾਂ ਐਕਸੈਪਟ ਨਹੀਂ ਕਰਨੀਆਂ। ਤੁਸੀਂ ਕਹਿ ਲਓ ਕਿਉਂਕਿ ਫਰਸਟ ਵਰਲਡ ਵਾਰ 'ਚ ਸਾਨੂੰ ਧੋਖਾ ਮਿਲ ਗਿਆ ਸੀਗਾ, ਤਾਂ ਕਰਕੇ ਸੈਕੰਡ ਵਰਲਡ ਵਾਰ ਦੇ ਵਿੱਚ ਅਸੀਂ ਕੋਈ ਚੀਜ਼ ਐਕਸੈਪਟ ਹੀ ਨਹੀਂ ਸੀ ਕੀਤੀ, ਠੀਕ ਹੈ। ਨੈਕਸਟ ਹੈ ਜੀ ਕ੍ਰਿਪਸ ਮਿਸ਼ਨ ਯੋਜਨਾ 1942। ਕਹਿੰਦੇ 1942 ਦੇ ਵਿੱਚ ਕਹਿੰਦੇ ਭਾਰਤ ਵਿੱਚ ਸੰਵਿਧਾਨਕ ਗਤੀਰੋਧ ਦੇ ਖਾਤਮੇ ਅਤੇ ਲੜਾਈ ਵਿੱਚ ਭਾਰਤੀਆਂ ਦੇ ਸਹਿਯੋਗ ਦੀ ਪ੍ਰਾਪਤੀ ਦੇ ਲਈ ਕਹਿੰਦੇ ਇੱਕ ਕ੍ਰਿਪਸ ਮਿਸ਼ਨ ਯੋਜਨਾ 1942 ਭਾਰਤ ਵਿੱਚ ਭੇਜੀ ਗਈ। ਤੇ ਕ੍ਰਿਪਸ ਮਿਸ਼ਨ ਨੇ ਨਾ ਸਾਰੇ ਨੇਤਾਵਾਂ ਨਾਲ ਗੱਲਬਾਤ ਕਰਕੇ ਉਹਨਾਂ ਨੇ ਇਹ ਚੀਜ਼ ਬੋਲੀ ਕਿ ਠੀਕ ਆ ਅਸੀਂ ਇੱਕ ਸੰਵਿਧਾਨ ਬਣਾ ਲਵਾਂਗੇ, ਕਹਿੰਦੇ ਸੰਵਿਧਾਨ ਦੇ ਵਿੱਚ ਅਸੀਂ ਹਰ ਤਰ੍ਹਾਂ ਦੇ ਲੋਕਾਂ ਨੂੰ ਐਕਸੈਪਟ ਕਰਾਂਗੇ, ਮਤਲਬ ਜਿਹੜੇ ਘੱਟ ਗਿਣਤੀ ਦੇ ਲੋਕ ਆ ਜਾਂ ਜਿਹੜੇ ਲੋਕ ਆਪਣੇ ਬਿਹਾਫ ਤੇ ਕੰਮ ਨਹੀਂ ਕਰ ਸਕਦੇ, ਆਪਾਂ ਬੋਲਦੇ ਨਾ ਸ਼ਡਿਊਲ ਕਾਸਟ ਤੇ ਸ਼ਡਿਊਲ ਟ੍ਰਾਈਬ ਦੇ ਲੋਕਾਂ ਨੂੰ ਅਸੀਂ ਫੈਸਿਲਿਟੀ ਦੇਣੀਆਂ, ਤਾਂ ਕਹਿੰਦੇ ਅਸੀਂ ਉਹਨਾਂ ਨੂੰ ਵੀ ਫੈਸਿਲਿਟੀ ਦੇ ਦੇਵਾਂਗੇ। ਅਸੀਂ ਦੇਸੀ ਰਿਆਸਤਾਂ ਦੇ ਜਿਹੜੇ ਰਾਜੇ ਆ ਨਾ ਉਹਨਾਂ ਨੂੰ ਵੀ ਸ਼ਾਮਿਲ ਕਰਾਂਗੇ ਸੰਵਿਧਾਨ ਬਣਾਉਣ ਦੇ ਲਈ। ਇਹ ਕ੍ਰਿਪਸ ਮਿਸ਼ਨ ਯੋਜਨਾ ਅੰਗਰੇਜ਼ਾਂ ਨੇ ਭੇਜੀ ਸੀਗੀ ਕਿ ਠੀਕ ਹੈ ਅਸੀਂ ਤੁਹਾਡਾ ਸੰਵਿਧਾਨ ਬਣਾ ਲਵਾਂਗੇ, ਠੀਕ ਹੈ, ਸਾਰੇ ਤਰ੍ਹਾਂ ਦੇ ਲੋਕਾਂ ਨੂੰ ਵੀ ਵਿੱਚ ਸ਼ਾਮਿਲ ਕਰਾਂਗੇ। ਜਿੱਦਾਂ ਮੰਨ ਲਓ ਸੰਵਿਧਾਨ ਬਣਦਾ ਪਿਆ, ਸਿਰਫ ਮੈਨੂੰ ਬੁਲਾ ਲੈਣ, ਤੁਹਾਨੂੰ ਨਾ ਬੁਲਾਉਣ, ਤੁਸੀਂ ਕਹਿਣਾ ਮੈਨੂੰ ਤਾਂ ਬੁਲਾਇਆ ਨਹੀਂ, ਮੈਂ ਕਦੋਂ ਸੰਵਿਧਾਨ ਦੇ ਰੂਲ ਮੰਨਣਾ। ਤਾਂ ਉਹਨਾਂ ਨੇ ਕੀ ਕੀਤਾ, ਸਾਰੇ ਲੋਕਾਂ ਨੂੰ ਬੁਲਾਇਆ ਤੇ ਪਰ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਹਿਤਾ ਅੰਗਰੇਜ਼ਾਂ ਨੇ, ਕਹਿੰਦੇ ਅਸੀਂ ਇਹ ਚੀਜ਼ ਖੁੱਲ੍ਹ ਦਿੰਦੇ ਆ ਕਿ ਜਿਹੜੇ ਪ੍ਰਾਂਤ ਨੂੰ ਨਹੀਂ ਪਸੰਦ ਨਾ ਤੁਹਾਡਾ ਸੰਵਿਧਾਨ, ਕਹਿੰਦੇ ਜਿਹੜੇ ਵੀ ਪ੍ਰਾਂਤ ਨੂੰ ਸਾਡਾ ਸੰਵਿਧਾਨ ਨਹੀਂ ਪਸੰਦ ਉਹ ਆਪਣਾ ਵੱਖਰਾ ਸੰਵਿਧਾਨ ਬਣਾ ਲਵੇ। ਇਹ ਚੀਜ਼ ਅੰਗਰੇਜ਼ਾਂ ਨੇ ਬੋਲੀ, ਠੀਕ ਹੈ। ਉਸ ਤੋਂ ਬਾਅਦ ਕੈਬਨਿਟ ਮਿਸ਼ਨ ਪਲਾਨ 1946। ਕਹਿੰਦੇ 1946 ਹਾਂਜੀ 46 ਕੈਬਨਿਟ ਮਿਸ਼ਨ ਪਲਾਨ। ਹਾਂਜੀ, ਆਪਾਂ ਨਾ ਹੌਲੀ ਹੌਲੀ ਸਵਤੰਤਰਤਾ ਦੇ ਵੱਲ ਵੱਧ ਰਹੇ ਹਾਂ ਕਿ ਸਵਤੰਤਰਤਾ ਕਦੋਂ ਮਿਲੀ, ਆਪਾਂ 1946 ਤੇ ਆ ਗਏ ਹਾਂ।
ਕਹਿੰਦੇ ਇਹ ਜਿਹੜਾ ਸੀਗਾ 1946 ਦੇ ਵਿੱਚ ਮਿਸ਼ਨ ਭਾਰਤ ਆਇਆ, ਉਹਨੇ ਵੱਖਰੇ ਵੱਖਰੇ ਨੇਤਾਵਾਂ ਨਾਲ ਗੱਲਬਾਤ ਕੀਤੀ ਤੇ ਆਪਣੀ ਇੱਕ ਪਲੈਨਿੰਗ ਸੈੱਟ ਕੀਤੀ ਤੇ ਪਲੈਨਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਠੀਕ ਆ, ਆਪਾਂ ਇੱਕ ਸੰਵਿਧਾਨਕ ਸਭਾ ਯਾਨੀ ਕਿ ਇੱਕ ਅਸੈਂਬਲੀ ਬਣਾਵਾਂਗੇ ਜਿਹਦੇ ਵਿੱਚ 389 ਮੈਂਬਰ ਹੋਣਗੇ, ਯਾਨੀ ਕਿ ਇੱਕ ਅਸੈਂਬਲੀ ਕ੍ਰੀਏਟ ਕਰਾਂਗੇ। ਪੂਰੀ ਦੀ ਪੂਰੀ ਅਸੈਂਬਲੀ ਦੇ ਵਿੱਚ ਕਿੰਨੇ ਮੈਂਬਰ ਹੋਣਗੇ? 389 ਮੈਂਬਰ ਹੋਣਗੇ। ਕਹਿੰਦੇ ਜਿਨ੍ਹਾਂ ਦੇ ਹਾਂਜੀ ਜਿਨ੍ਹਾਂ ਦੇ ਵਿੱਚੋਂ ਕਹਿੰਦੇ 292 ਬ੍ਰਿਟਿਸ਼ ਹੋਣਗੇ, ਠੀਕ ਹੈ, ਬ੍ਰਿਟਿਸ਼ ਭਾਰਤੀ ਪ੍ਰਾਂਤਾਂ ਵਿੱਚੋਂ ਯਾਨੀ ਕਿ ਬ੍ਰਿਟਿਸ਼ ਲੋਕ ਹੋਣਗੇ, ਤੇ 93 ਦੇਸੀ ਰਿਆਸਤਾਂ ਚੋਂ ਤੇ 4 ਮੈਂਬਰ ਪ੍ਰਾਂਤਾਂ ਚੋਂ। ਮਤਲਬ ਫਿਰ ਵੀ ਬ੍ਰਿਟਿਸ਼ ਨੇ ਆਪਣੇ ਮੈਂਬਰ ਵਾੜੇ ਹੀ ਵਾੜੇ ਵਿੱਚ। ਤੁਸੀਂ ਹੁਣ ਆਪਣੇ ਆਪ ਸੋਚ ਲਓ, ਬਣ ਰਿਹਾ ਹੈ ਸਾਡਾ ਸੰਵਿਧਾਨ, ਮੈਂਬਰ ਆ ਰਿਹਾ ਬ੍ਰਿਟਿਸ਼ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵਾ ਕਿ ਹਰੇਕ ਜਗ੍ਹਾ ਦੇ ਉੱਤੇ ਜਨਸੰਖਿਆ ਦੇ ਬੇਸ ਦੇ ਉੱਤੇ ਇੱਕ ਮੈਂਬਰ ਨਿਯੁਕਤ ਕੀਤਾ ਜਾਏਗਾ। ਜਿੱਦਾਂ 10 ਲੱਖ ਦੀ ਜਨਸੰਖਿਆ ਵਾ ਉਹਦੇ ਲਈ ਇੱਕ ਮੈਂਬਰ ਹੈਡ, ਠੀਕ ਹੈ। ਉਸ ਤੋਂ ਬਾਅਦ ਇਹ ਕਹਿੰਦੇ ਪ੍ਰਾਂਤਾਂ ਵਿੱਚ ਰਹਿਣ ਵਾਲੇ ਲੋਕ ਆ ਜਿਹੜੇ, ਉਹਨਾਂ ਦੀ ਵੀ ਉਹਨਾਂ ਨੂੰ ਵੀ ਮਤਲਬ ਉਹਦੇ ਵਿੱਚ ਵੀ ਉਨੇ ਮੈਂਬਰ ਰੱਖੇ ਜਾਣਗੇ। ਮਤਲਬ ਜਿੱਦਾਂ ਜਿੱਦਾਂ ਦੇ ਕਾਸਟਾਂ ਦੇ ਲੋਕ ਹੈਗੇ ਨੇ, ਮਤਲਬ ਜਿੱਥੇ ਜਿਹੜੀ ਕਾਸਟ ਦੇ ਜ਼ਿਆਦਾ ਲੋਕ ਨੇ ਉੱਥੋਂ ਇੱਕ ਪ੍ਰਤੀਨਿਧ ਰੱਖਿਆ ਜਾਏਗਾ। ਕਹਿੰਦੇ ਸਿੱਖਾਂ ਨੂੰ 4 ਸੀਟਾਂ ਤੇ ਮੁਸਲਮਾਨਾਂ ਦੇ ਲਈ 78 ਸੀਟ ਰੱਖੀਆਂ ਗਈਆਂ ਸੀ। ਮਤਲਬ ਕੈਬਨਿਟ ਮਿਸ਼ਨ ਯੋਜਨਾ ਆਈ ਜਿਸ ਚ ਇੱਕ ਪੂਰੀ ਫੁੱਲ ਫਲੈਜ ਪਲੈਨਿੰਗ ਕੀਤੀ ਕਿ ਇੰਨੇ ਮੈਂਬਰ ਰੱਖੇ ਜਾਣਗੇ, ਇੰਨੇ ਸਿੱਖ ਰੱਖੇ ਜਾਣਗੇ, ਇੰਨੇ ਮੁਸਲਿਮ ਰੱਖੇ ਜਾਣਗੇ, ਇੰਨੇ ਪ੍ਰਾਂਤਾਂ ਚੋਂ ਲੈ ਜਾਣਗੇ, 10 ਲੱਖ ਦੇ ਪਿੱਛੇ ਇੱਕ ਮੈਂਬਰ ਜਿਹੜਾ ਹੈਗਾ ਵਾ ਉਹ ਰੱਖਿਆ ਜਾਊਗਾ। ਸਾਰੀ ਪਲੈਨਿੰਗ ਜਿਹੜੀ ਇਹਨਾਂ ਨੇ ਸੈੱਟ ਕੀਤੀ, ਠੀਕ ਹੈ। ਉਸ ਤੋਂ ਬਾਅਦ ਜੀ ਸਾਡਾ ਆ ਜਾਂਦਾ ਹੈਗਾ ਵਾ, ਕਹਿੰਦੇ ਜਦੋਂ ਇਹਨਾਂ ਨੇ ਸਾਰੀ ਪਲੈਨਿੰਗ ਜਿਹੜੀ ਹੈਗੀ ਆ ਸੈੱਟ ਕਰ ਲਈ ਤੇ ਉਸ ਤੋਂ ਬਾਅਦ ਕਹਿੰਦੇ ਕਿ ਇਹਨਾਂ ਨੇ ਮੁਸਲਮਾਨ ਜਿਹੜੇ ਲੋਕ ਸੀਗੇ, ਠੀਕ ਹੈ, ਕਹਿੰਦੇ ਮੁਸਲਮਾਨਾਂ ਦੀ ਚੋਣ ਕਹਿੰਦੇ ਇਹ ਕਿਹਾ ਗਿਆ ਸਿਰਫ ਮੁਸਲਮਾਨ ਹੀ ਕਰਨਗੇ ਤੇ ਸਿੱਖਾਂ ਦੀ ਚੋਣ ਸਿਰਫ ਸਿੱਖ ਹੀ ਕਰਨਗੇ, ਠੀਕ ਹੈ। ਐਦਾਂ ਨਹੀਂ ਹੈ ਮੰਨ ਲਓ ਮੈਂ ਮੁਸਲਮਾਨ ਆ, ਤੁਸੀਂ ਸਿੱਖ ਆ, ਤੁਸੀਂ ਮੈਨੂੰ ਵੋਟ ਨਹੀਂ ਪਾਉਣੀ, ਮੈਨੂੰ ਮੁਸਲਮਾਨ ਹੀ ਵੋਟ ਪਾਉਣਗੇ, ਐਦਾਂ, ਠੀਕ ਹੈ। ਉਸ ਤੋਂ ਬਾਅਦ ਹੈਗਾ ਵਾ ਕਹਿੰਦੇ ਦਿੱਲੀ, ਅਜਮੇਰ, ਮਾਰਵਾੜ, ਬ੍ਰਿਟਿਸ਼ ਬਲੋਚਿਸਤਾਨ, ਕਹਿੰਦੇ ਚੀਫ ਕਮਿਸ਼ਨਰ ਪ੍ਰਾਂਤਾਂ ਵਿੱਚੋਂ ਸੰਵਿਧਾਨ ਲਈ ਇੱਕ ਮੈਂਬਰ ਲਿਆ ਜਾਏਗਾ। ਮਤਲਬ ਅਸੀਂ ਸੰਵਿਧਾਨ ਬਣਾਉਣਾ ਵਾ, ਦਿੱਲੀ ਚੋਂ ਵੀ ਇੱਕ ਮੈਂਬਰ ਲੈ ਲਓ, ਅਜਮੇਰ ਚੋਂ ਵੀ, ਮਾਰਵਾੜ ਚੋਂ ਵੀ, ਬ੍ਰਿਟਿਸ਼ ਬਲੋਚਿਸਤਾਨ ਚੋਂ ਵੀ। ਇਹ ਸਾਰੇ ਮੈਂਬਰ ਪਤਾ ਕਿਉਂ ਲੈ ਗਏ? ਤਾਂ ਜੋ ਇੱਕ ਜਗ੍ਹਾ ਤੇ ਬੈਠ ਕੇ ਅਸੀਂ ਆਪਣਾ ਸੰਵਿਧਾਨ ਬਣਾ ਲਈਏ, ਤਾਂ ਜੋ ਕੱਲ ਨੂੰ ਕੋਈ ਬੰਦਾ ਕਵੇ ਨਾ ਕਿ ਮੈਨੂੰ ਤਾਂ ਜੀ ਸੰਵਿਧਾਨ 'ਚ ਐਡ ਨਹੀਂ ਕੀਤਾ, ਮੈਂ ਕਿਉਂ ਸੰਵਿਧਾਨ ਮੰਨਾਂ। ਤਾਂ ਇਹਨਾਂ ਨੇ ਸਾਰਿਆਂ ਵਿੱਚੋਂ ਜਿੱਦਾਂ ਮੈਂ ਬੋਲਿਆ ਨਾ, ਮੁਸਲਮਾਨ ਇੱਕ ਲੈ ਲਿਆ, ਸਿੱਖ ਇੱਕ ਲੈ ਲਿਆ, ਤਾਂ ਮੈਂਬਰ ਲੈ ਰਹੇ ਸੀਗੇ। ਕਹਿੰਦੇ ਇਸ ਤਰ੍ਹਾਂ ਉਹਨਾਂ ਨੇ ਬੋਲਿਆ ਕਿ ਕੈਬਨਿਟ ਮਿਸ਼ਨ ਯੋਜਨਾ ਦੇ ਵਿੱਚ ਕਹਿੰਦੇ ਉਹਨਾਂ ਨੇ ਇਹ ਚੀਜ਼ ਸਪਸ਼ਟ ਕੀਤੀ ਕਿ ਹੁਣ ਰਾਜਨੀਤੀ ਆ ਜਿਹੜੀ ਨਾ ਉਹ ਭਾਰਤੀਆਂ ਨੂੰ ਸੌਂਪੀ ਜਾਏਗੀ। ਲੇਕਿਨ ਕਹਿੰਦੇ ਜੇ ਰਾਜਨੀਤੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਸਾਨੂੰ ਦਿਖਦੀ ਆ ਫਿਰ ਬ੍ਰਿਟਿਸ਼ ਲੋਕ ਵੀ ਉਹਨਾਂ ਨੂੰ ਹੱਲ ਕਰਨ ਦੇ ਲਈ ਸਾਹਮਣੇ ਆਣਗੇ। ਇਹਦਾ ਮਤਲਬ ਕੀ ਹੈ? ਕੈਬਨਿਟ ਮਿਸ਼ਨ ਯੋਜਨਾ ਕੀ ਹੋਈ? ਫਿਰ ਅੰਗਰੇਜ਼ਾਂ ਦੀ ਹੋਈ, ਕਿਉਂਕਿ ਅੰਗਰੇਜ਼ ਹਰ ਚੀਜ਼ ਦੇ ਵਿੱਚ ਐਂਟਰੀ ਮਾਰ ਰਹੇ ਹੈਗੇ ਆ, ਹੈਨਾ। ਤੇ ਉਸ ਤੋਂ ਬਾਅਦ ਹੈ ਕਹਿੰਦੇ ਮੈਥਡ ਆਫ ਇਲੈਕਸ਼ਨ ਆਫ ਦਾ ਮੈਂਬਰ ਆਫ ਕਨਸਟੀਟਿਊਸ਼ਨਲ ਅਸੈਂਬਲੀ। ਕਹਿੰਦੇ ਸੰਵਿਧਾਨਕ ਸਭਾ ਦੇ ਮੈਂਬਰਾਂ ਦੀ ਚੋਣ ਵਿਧੀ। ਕਹਿੰਦੇ ਹੁਣ ਮੈਂਬਰ ਵੀ ਤਾਂ ਚੁਣਨੇ ਆ ਨਾ ਕਿ ਸੰਵਿਧਾਨ ਦੇ ਵਿੱਚ ਜਦੋਂ ਸੰਵਿਧਾਨ ਸਭਾ ਜਦੋਂ ਅਸੈਂਬਲੀ ਬੈਠਣੀ ਆ ਤੇ ਕਿਹੜੇ-ਕਿਹੜੇ ਮੈਂਬਰ ਅਸੈਂਬਲੀ ਦੇ ਵਿੱਚ ਹੋਣ। ਪਹਿਲਾ ਹੈਗਾ ਕਹਿੰਦੇ ਇਲੈਕਸ਼ਨ ਮੈਥਡ ਫॉर ਦਾ ਰਿਪਰੈਜ਼ੈਂਟੇਟਿਵ ਆਫ ਬ੍ਰਿਟਿਸ਼ ਇੰਡੀਆ। ਕਹਿੰਦੇ ਕਿ ਸਭ ਤੋਂ ਪਹਿਲਾਂ ਤਾਂ ਇਹ ਸੀਗਾ ਕਿ ਬਰਤਾਨਵੀ ਭਾਰਤੀ ਦੇ ਪ੍ਰਤੀਨਿਧਾਂ ਦੀ ਚੋਣ ਵਿਧੀ। ਕਹਿੰਦੇ ਸਭ ਤੋਂ ਪਹਿਲਾਂ ਹੈਗਾ ਵਾ ਕਿ ਪ੍ਰਾਂਤਕ ਵਿਧਾਨ ਸਭਾ ਦੇ ਮੈਂਬਰ ਹੋਣਗੇ ਵਿੱਚ ਤੇ ਇਹਨਾਂ ਦੀ ਚੋਣ ਕਿੱਦਾਂ ਕੀਤੀ ਜਾਊਗੀ? ਸਿੰਗਲ ਟ੍ਰਾਂਸਫਰੇਬਲ ਵੋਟ ਸਿਸਟਮ ਫॉर ਦਾ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਟਿਵ ਸਿਸਟਮ। ਇਹਦਾ ਮਤਲਬ ਹੁੰਦਾ ਵਾ ਕਿ ਕਹਿੰਦੇ ਬਰਤਾਨਵੀ ਭਾਰਤ ਦੇ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਕਿੱਦਾਂ ਕੀਤੀ ਜਾਊਗੀ? ਪ੍ਰਾਂਤਾਂ ਦੇ ਬੇਸ ਤੇ, ਵੀ ਹਰੇਕ ਪ੍ਰਾਂਤ ਚੋਂ ਜਿੱਦਾਂ ਇੱਕ ਮੈਂਬਰ ਲੈ ਲਿਆ ਤੇ ਅਨੁਪਾਤ ਦੇ ਬੇਸ ਦੇ ਉੱਤੇ ਇਲੈਕਸ਼ਨ ਲੜੀਆਂ ਜਾਣਗੀਆਂ।
ठीक है, अनुपात दे बेस दे उत्ते। सो कहंदे इस तरह अनुपात जिसनों ਅਸੀਂ बोल ਦਿੰਦੇ ਆ ਪ੍ਰੋਪੋਰਸ਼ਨਲ, मतलब ਕਿੰਨੇ ਮੈਂਬਰ ਜਿਹੜੇ ਹੈਗੇ ਆ ਕਿੰਨੇ ਮੈਂਬਰ ਆ ਪਹਿਲਾਂ ਟੋਟਲ ਕਾਊਂਟ ਕਰ ਲੈਣੇ, ਫਿਰ ਉਹਨਾਂ ਦਾ ਅਨੁਪਾਤ ਕੱਢ ਲੈਣਾ ਕਿ ਕਿੰਨੇ ਮੈਂਬਰ, ਜਿੱਦਾਂ मतलब ਕਿੰਨੀ ਜਨਸੰਖਿਆ ਵਾ ਉਹ ਲੈ ਲਓ ਤੇ ਕਿੰਨੇ ਮੈਂਬਰ ਖੜੇ ਆ ਉਹਨਾਂ ਦਾ ਅਨੁਪਾਤ ਕਰ ਲਓ। ਠੀਕ ਹੈ, तो ਕਹਿੰਦੇ ਕਿ ਅਨੁਪਾਤ ਦੇ ਬੇਸਿਸ ਦੇ ਉੱਤੇ ਜਿਹੜਾ ਹੈਗਾ ਵਾ ਆਪਣੇ ਜਿਹੜੇ ਪ੍ਰਤੀਨਿਧ ਆ ਉਹ ਚੁਣੇ ਜਾਣਗੇ। ਕਹਿੰਦੇ ਇਲੈਕਸ਼ਨ ਮੈਥਡ ਫॉर ਦਾ ਰਿਪਰੈਜ਼ੈਂਟੇਟਿਵ ਆਫ ਇੰਡੀਅਨ ਸਟੇਟ, ਕਹਿੰਦੇ ਭਾਰਤੀ ਰਿਆਸਤਾਂ ਦੇ ਪ੍ਰਤੀਨਿਧਾਂ ਦੀ ਚੋਣ ਵਿਧੀ। ਕਹਿੰਦੇ ਇਹ ਤਾਂ ਠੀਕ ਹੈ, ਇਹ ਤਾਂ ਤੁਸੀਂ ਕਹਿੰਦੇ ਭਾਰਤ ਦੇ ਵਿੱਚ ਜਿਹੜੀਆਂ ਰਿਆਸਤਾਂ ਨੇ ਉਹਨਾਂ ਦੇ ਵਿੱਚ ਲੋਕ ਕਿੱਦਾਂ ਚੁਣੇ ਜਾਣਗੇ। ਅਸੀਂ ਕਵਾਂਗੇ ਭਾਰਤ ਦੇ ਵਿੱਚ ਜਿਹੜੀਆਂ ਰਿਆਸਤਾਂ ਹੈਗੀਆਂ ਨੇ ਕਹਿੰਦੇ ਉਹਨਾਂ ਦੇ ਵਿੱਚ ਇੱਕ ਕਮੇਟੀ ਬਣਾ ਲਈ ਜਾਏਗੀ। ਕਹਿੰਦੇ ਕਮੇਟੀ ਦੇ ਵਿੱਚੋਂ ਸਾਰੀਆਂ ਭਾਰਤ ਦੇ ਰਿਆਸਤਾਂ ਦੇ ਮੈਂਬਰਾਂ ਦੀ ਚੋਣ ਕੀਤੀ ਜਾਏਗੀ। ਕਹਿੰਦੇ ਕਿ ਕਮੇਟੀ ਸਮਝਦੇ ਹੋ, ਇੱਕ ਗਰੁੱਪ ਬਣਾ ਲੈਣਾ, ਉਹ ਗਰੁੱਪ ਦੇ ਵਿੱਚੋਂ ਅਸੀਂ ਮੈਂਬਰਾਂ ਨੂੰ ਚੁਣ ਲੈਣਾ। ਸਿੰਪਲ ਜੀ ਵਰਡਿੰਗ ਯਾਦ ਰੱਖਿਓ। ਕਹਿੰਦੇ 27 ਨਵੰਬਰ 1946 ਨੂੰ ਦੇਸੀ ਰਿਆਸਤਾਂ ਦੇ ਸ਼ਾਸਕ ਜਿਹੜੇ ਹੈਗੇ ਆ ਕਹਿੰਦੇ ਸਰਵ ਸਮਿਤੀ ਦੇ ਨਾਲ ਚੁਣੇ ਜਾਣਗੇ, मतलब ਸਾਰਿਆਂ ਦੀ ਮਿਲੀ ਭਗਤ ਦੇ ਨਾਲ ਚੁਣੇ ਜਾਣਗੇ। ਮੰਨ ਲਓ ਮੈਂ ਦੇਸੀ ਰਿਆਸਤਾਂ ਦੇ ਸਾਰੇ ਮੈਂਬਰਾਂ ਨੂੰ ਬੁਲਾ ਲਿਆ, ਬੁਲਾਉਣ ਤੋਂ ਬਾਅਦ ਇੱਕ ਗਰੁੱਪ ਬਣਾ ਲਿਆ, ਉਸ ਗਰੁੱਪ ਦੇ ਵਿੱਚੋਂ ਮੈਂ ਮੈਂਬਰ ਚੁਣਾਂਗੀ, ਸਾਰਿਆਂ ਨੂੰ ਬੋਲੂੰਗੀ ਕਿ ਆ ਮੈਂਬਰ ਠੀਕ ਹੈ, ਸਾਰੇ ਆਪਣੀ ਐਕਸੈਪਟੇਸ਼ਨ ਦੇਣਗੇ, ਦੈਨ ਉਹ ਮੈਂਬਰ ਸਿਲੈਕਟ ਕਰ ਲਿਆ ਜਾਏਗਾ। ਠੀਕ ਹੈ, ਕਹਿੰਦੇ ਇਸ ਤਰ੍ਹਾਂ ਆਪਸ ਤੇ ਗੱਲਬਾਤ ਦੇ ਪਿੱਛੋਂ ਦੇਸੀ ਰਿਆਸਤਾਂ ਦੇ ਮੈਂਬਰ ਸਿਲੈਕਟ ਕਰ ਲਏ ਜਾਣਗੇ। ਨੈਕਸਟ ਹੈ ਜੀ ਇਲੈਕਸ਼ਨ ਆਫ ਦਾ ਕਨਸਟੀਟਿਊਸ਼ਨਲ ਅਸੈਂਬਲੀ। ਕਹਿੰਦੇ ਸੰਵਿਧਾਨ ਸਭਾ ਦੀ ਚੋਣਾਂ। ਕਹਿੰਦੇ ਹੁਣ ਚੋਣਾਂ ਕਿੱਦਾਂ ਕੀਤੀਆਂ ਜਾਣਗੀਆਂ ਅਸੀਂ ਦੇਖਾਂਗੇ ਕਿ ਕਾਂਗਰਸ ਪਾਰਟੀ ਦੇ ਦੁਆਰਾ 210 ਸੀਟਾਂ ਜਰਨਲ ਵਿੱਚੋਂ 199 ਜਰਨਲ ਦੇ ਵਿੱਚ 199 ਸਥਾਨ, ਮੁਸਲਮਾਨਾਂ ਦੇ ਦੁਆਰਾ ਕਹਿੰਦੇ 78 ਰੱਖੇ ਗਏ ਜਿਨ੍ਹਾਂ ਦੇ ਵਿੱਚੋਂ 73 ਸਥਾਨ ਮੁਸਲਮਾਨਾਂ ਨੇ ਪਾਏ। ਕਹਿੰਦੇ 4 ਸਥਾਨ ਜਿਹੜੇ ਸਿੱਖਾਂ ਦੇ ਲਈ ਰੱਖੇ ਗਏ। ਅੱਛਾ ਹੁਣ ਤੁਹਾਨੂੰ ਮੇਰੀ ਵਰਡਿੰਗ ਸਮਝ ਨਹੀਂ ਆਈ ਹੋਊਗੀ। ਮੈਂ ਨਾ ਇਸ ਟਾਈਮ ਬੋਲ ਰਹੀ ਹੈਗੀ ਆ ਕਿ ਕਾਂਗਰਸ ਦੇ ਕੋਲ ਕਿੰਨੀਆਂ ਸੀਟਾਂ ਸੀ, ਮੁਸਲਮਾਨਾਂ ਦੇ ਕੋਲ ਕਿੰਨੀਆਂ ਸੀਟਾਂ, ਸਿੱਖਾਂ ਦੇ ਕੋਲ ਕਿੰਨੀਆਂ ਸੀਟਾਂ। ਸਿੱਖਾਂ ਦੇ ਕੋਲ 4 ਸੀ, ਮੁਸਲਮਾਨਾਂ ਦੇ ਕੋਲ 78 ਸੀ, ਕਾਂਗਰਸ ਪਾਰਟੀ ਦੇ ਕੋਲ ਸੀਗੀਆਂ 210। ਠੀਕ ਹੈ, 210 ਸੀਟਾਂ ਸੀ। ਕਹਿੰਦੇ ਬਾਕੀ ਦੇ 11 ਸੀਟਾਂ ਹੋਰ ਵੀ ਸੀ, ਉਹ ਬਾਕੀਆਂ ਨੂੰ ਦੇ ਦਿੱਤੀਆਂ। ਆਜ਼ਾਦ ਉਮੀਦਵਾਰ ਨਹੀਂ ਖੜੇ ਹੁੰਦੇ ਜਿਹੜੇ ਕਿ मतलब ਆਪਣੇ ਬਿਹਾਫ ਤੇ ਖੜ ਜਾਂਦੇ ਆ, ਬਸ ਜਿੱਦਾਂ ਕਹਿ ਲੋ ਕਿ ਜਿਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ ਪਰ ਖੜ ਜਾਂਦੇ ਆ ਇਲੈਕਸ਼ਨ, ਹੈਨਾ। ਤੋਂ ਸੋ ਕਹਿੰਦੇ ਕਿ 11 ਸੀਟਾਂ ਉਹਨਾਂ ਨੂੰ ਦੇ ਦਿੱਤੀਆਂ ਵੀ ਜਿਨ੍ਹਾਂ ਨੇ ਖੜਨਾ ਉਹ ਖੜ ਸਕਦਾ ਵਾ। ਸਭ ਤੋਂ ਪਹਿਲਾਂ ਹੈਗਾ ਕਹਿੰਦੇ ਸਟੇਟਸ ਆਫ ਦਾ ਕਨਸਟੀਟਿਊਸ਼ਨਲ ਅਸੈਂਬਲੀ ਬਿਫੋਰ ਇੰਡੀਪੈਂਡੈਂਸ। ਕਹਿੰਦੇ ਸਵਤੰਤਰਤਾ ਤੋਂ ਪਹਿਲਾਂ ਸੰਵਿਧਾਨ ਸਭਾ ਦਾ ਦਰਜਾ। ਕਹਿੰਦੇ ਜਦੋਂ ਤੱਕ ਤਾਂ ਸਵਤੰਤਰਤਾ ਨਹੀਂ ਸੀ ਮਿਲੀ ਸਾਡੇ ਕੋਲ ਨਾ ਸੋਵਰੇਨਿਟੀ ਹੈ ਨਹੀਂ ਸੀ। ਸੋਵਰੇਨਿਟੀ मतलब ਸਮਝਦੇ ਹੋ, ਸਾਡੇ ਕੋਲ ਨਾ मतलब ਐਦਾਂ ਦੀ ਕੋਈ ਚੀਜ਼ ਹੈ ਨਹੀਂ ਸੀ। ਸੋਵਰੇਨਿਟੀ ਦਾ मतलब ਹੁੰਦਾ ਬਾਹਰ ਤੋਂ ਕੋਈ ਪਰਸਨ, ਜੇ ਸਾਡੇ ਕੋਲ ਸੋਵਰੇਨਿਟੀ ਆ ਸਾਡੇ ਦੇਸ਼ ਦੇ ਕੋਲ, ਬਾਹਰ ਤੋਂ ਕੋਈ ਪਰਸਨ ਆ ਕੇ ਸਾਡੇ ਤੇ ਕੋਈ ਅਟੈਕ ਨਹੀਂ ਕਰ ਸਕਦਾ। ਠੀਕ ਹੈ, ਪਰ ਜੇ ਸਾਡੇ ਕੋਲ ਸੋਵਰੇਨਿਟੀ ਹੈ ਨਹੀਂ ਤਾਂ ਬਾਹਰ ਤੋਂ ਕੋਈ ਪਰਸਨ ਆਊਗਾ, ਅਟੈਕ ਵੀ ਕਰੂਗਾ, ਰੂਲ ਵੀ ਬਣਾਊਗਾ, ਸਾਨੂੰ ਮੰਨਣੇ ਵੀ ਪੈਣੇ ਆ। ਠੀਕ ਹੈ, ਸੋ ਕਹਿੰਦੇ ਕਿ 1947 ਤੱਕ ਤਾਂ ਸਾਡੇ ਕੋਲ ਕੋਈ ਸੋਵਰੇਨਿਟੀ ਨਹੀਂ ਸੀ, ਜਿਹਦੇ ਕਰਕੇ ਕਹਿੰਦੇ ਕੈਬਨਿਟ ਮਿਸ਼ਨ ਯੋਜਨਾ ਦੇ ਅਕੋਰਡਿੰਗ ਹੀ ਸਾਨੂੰ ਕੰਮ ਕਰਨਾ ਪਿਆ। ਠੀਕ ਹੈ, ਕਹਿੰਦੇ ਇਹ ਕੇਂਦਰ ਯਾਨੀ ਕਿ ਸੈਂਟਰਲ ਗਵਰਨਮੈਂਟ ਨੂੰ ਕਹਿੰਦੇ ਕਿ ਫੋਰਨ ਜਿਹੜੇ ਕੇਸਿਸ ਹੁੰਦੇ ਆ, ਰੱਖਿਆ ਤੇ ਸੰਚਾਰ ਦੇ ਸਾਧਨਾਂ ਤੋਂ ਇਲਾਵਾ ਹੋਰ ਕੋਈ ਵਿਸ਼ਾ ਨਹੀਂ ਸੌਂਪ ਸਕਦੀ ਸੀ। मतलब ਸਾਨੂੰ ਨਾ ਇਦਾਂ ਦੇ ਰੂਲ ਮੰਨਣੇ ਪੈਣੇ ਸੀ ਜਿਹੜੇ ਬ੍ਰਿਟਿਸ਼ ਨੇ ਬਣਾਤੇ ਤੇ ਸਾਨੂੰ ਉਹਨਾਂ ਨੂੰ ਐਕਸੈਪਟ ਕਰਨਾ ਪੈਣਾ ਸੀ। ਕਿਉਂ? ਕਿਉਂਕਿ ਸਾਡੇ ਕੋਲ ਸੋਵਰੇਨਿਟੀ ਨਹੀਂ ਸੀ 1947 ਤੱਕ ਵੀ। ਅੱਛਾ, ਸੋਵਰੇਨਿਟੀ ਵਰਡ ਔਖਾ ਲੱਗਦਾ ਤੇ ਇਹਦੀ ਥਾਂ ਤੇ ਪ੍ਰਭੂਸੱਤਾ ਵਰਡ ਯਾਦ ਕਰ ਲੈਣਾ। ਠੀਕ ਹੈ ਜੀ, ਅੱਛੀ ਗੱਲ ਹੈ। तो ਕਹਿੰਦੇ ਕਿ ਇਸ ਕੋਲ ਪ੍ਰਾਂਤਾਂ ਲਈ ਵੱਖਰੇ ਸੰਵਿਧਾਨ ਘੜਨ ਦਾ ਅਧਿਕਾਰ ਨਹੀਂ ਸੀ, ਕਿਉਂਕਿ ਅਸੀਂ ਤਾਂ ਸਾਰੇ ਕੰਮ ਬ੍ਰਿਟਿਸ਼ ਦੇ ਅਕੋਰਡਿੰਗ ਕਰਨੇ ਆ। ਠੀਕ ਹੈ, ਕਹਿੰਦੇ ਇਸ ਤਰ੍ਹਾਂ ਤਿਆਰ ਕੀਤੇ ਸੰਵਿਧਾਨ ਨੂੰ ਬ੍ਰਿਟਿਸ਼ ਸੰਸਦ ਦੁਆਰਾ ਪ੍ਰਵਾਨ ਕੀਤਾ ਜਾਣਾ ਸੀ।
ਉਸ ਤੋਂ ਬਾਅਦ ਹੈ ਬਾਈਕਾਟ ਆਫ ਦ ਕਨਸਟੀਟਿਊਸ਼ਨਲ ਅਸੈਂਬਲੀ ਬਾय ਮੁਸਲਿਮ ਲੀਗ। ਮੁਸਲਿਮ ਲੀਗ ਨੇ ਇਹ ਚੀਜ਼ ਬੋਲਤੀ ਕਿ ਨਹੀਂ, ਅਸੀਂ ਨਹੀਂ ਕਨਸਟੀਟਿਊਸ਼ਨਲ ਅਸੈਂਬਲੀ ਇਦਾਂ ਦੀ ਸਵੀਕਾਰ ਕਰਨੀ ਹੈਗੀ। ਕਹਿੰਦੇ ਬ੍ਰਿਟਿਸ਼ ਦੇ ਕੁੱਲ 292 ਸਥਾਨਾਂ ਦੀ ਗਿਣਤੀ ਘਟ ਕੇ 235 ਕਰ ਦਿੱਤੀ। ਕਹਿੰਦੇ ਮੁਸਲਿਮ ਲੀਗ ਨੇ ਨਾ ਬਾਈਕਾਟ ਕਰਤਾ ਕਿ ਜਿਹੜਾ ਸੰਵਿਧਾਨ ਤੁਸੀਂ ਬਣਾਇਆ ਨਾ, ਅਸੀਂ ਨਹੀਂ ਉਹਨਾਂ ਚੋਂ ਉਹਨੂੰ ਮੰਨਣਾ, ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਸੀ ਕਿ ਇਹ ਡਿਸਕ੍ਰਿਮੀਨੇਸ਼ਨ ਕਰ ਰਹੇ ਆ ਬੰਦੇ। ਕਹਿੰਦੇ ਕਿ ਬ੍ਰਿਟਿਸ਼ ਨੂੰ ਤੁਸੀਂ ਇੰਨੀਆਂ ਸੀਟਾਂ ਦਿੱਤੀਆਂ ਨੇ, 292 ਸੀਟਾਂ, ਫਿਰ ਬ੍ਰਿਟਿਸ਼ ਦੀਆਂ ਸੀਟਾਂ ਘਟਾਤੀਆਂ, ਘਟਾ ਕੇ ਕਿੰਨੀਆਂ ਕਰਤੀਆਂ, 235 ਕਰਤੀਆਂ। ਦੇਸੀ ਰਿਆਸਤਾਂ ਦੇ ਕੋਲ ਸੀਗਾ 93 ਸੀਟਾਂ, ਘਟਾਤੀਆਂ 73 ਰੱਖ ਲੀਆਂ। ਕਹਿੰਦੇ ਇਸ ਤਰ੍ਹਾਂ ਅੰਤਿਮ ਟਾਈਮ ਤੱਕ ਪਹੁੰਚਦੇ ਕਹਿੰਦੇ ਕਿ ਮੈਂਬਰਾਂ ਦੀ ਗਿਣਤੀ ਹੋ ਗਈ 308। ਠੀਕ ਹੈ, ਇਸ ਤਰ੍ਹਾਂ। ਉਸ ਤੋਂ ਬਾਅਦ ਕੰਪੋਜੀਸ਼ਨ ਆਫ ਅ ਕਨਸਟੀਟਿਊਸ਼ਨਲ ਅਸੈਂਬਲੀ ਆਫਟਰ ਦਾ ਪਾਰਟੀਸ਼ਨ ਆਫ ਦਾ ਇੰਡੀਆ। ਕਹਿੰਦੇ ਦੇਸ਼ ਦੀ ਵੰਡ ਦੇ ਪਿੱਛੋਂ ਸੰਵਿਧਾਨ ਕਿੱਦਾਂ ਦਾ ਸੀ? ਅਸੀਂ ਕਵਾਂਗੇ ਦੇਸ਼ ਦੀ ਵੰਡ ਦੇ ਪਿੱਛੋਂ ਜਿਹੜਾ ਸੰਵਿਧਾਨ ਸੀਗਾ, ਟੋਟਲ ਮੈਂਬਰ ਜਿਹੜੇ ਸੀਗੇ ਉਹਨਾਂ ਦੀ ਗਿਣਤੀ ਕੱਢਤੀ ਸੀ 232। ਠੀਕ ਹੈ, ਟੋਟਲ ਮੈਂਬਰਾਂ ਦੀ ਗਿਣਤੀ ਕੱਢਤੀ ਸੀ ਇੰਨੀ। ਮਤਲਬ ਹਰੇਕ ਸਟੇਟ ਦੇ ਵਿੱਚੋਂ ਨਾ ਕੋਈ ਮੈਂਬਰ ਲੈ ਲਿਆ ਗਿਆ ਸੀ। ਹਰੇਕ ਸਟੇਟ ਦੇ ਵਿੱਚੋਂ ਕੁਝ ਕੁ ਮੁਸਲਿਮ ਲਏ ਗਏ, ਕੁਝ ਕੁ ਸਿੱਖ ਲਏ ਗਏ, ਤੇ ਸਾਰਿਆਂ ਦੀ ਟੋਟਲ ਮਿਲਾ ਕੇ 232 ਜਿਹੜੀ ਸੀਗੀ ਟੋਟਲ ਗਿਣਤੀ ਜਿਹੜੀ ਸੀ ਉਹਨਾਂ ਨੇ ਕਰਤੀ ਸੀਗੀ। ਠੀਕ ਹੈ, ਅੱਜ ਦੇ ਲਈ ਜਸਟ ਇੰਨਾ ਹੀ ਕਾਫੀ ਹੈ। ਠੀਕ ਹੈ, ਫਿਰ ਆਪਾਂ ਕੱਲ ਨੈਕਸਟ ਲੈਕਚਰ ਲਗਾਉਂਦੇ ਆ, ਦੈਨ ਫਿਰ ਆਪਾਂ ਇਹਨੂੰ ਕੰਟੀਨਿਊ ਕਰਦੇ ਹਾਂ।